दरी ते शाफी आया, मैं दरी ते शाफी आया, मैनू पापा ने सताया। तौबा है तौबा मेरी, मैनू बख्श दे खुदाया, मैं दरी ते शाफी आया। साउल नू बचाया, लाजर नू तू जिवाया। साउल नू बचाया, लाजर नू तू जिवाया। लाजर नू तू जिवाया। मैं भी हाँ बंदा तेरा, मैं भी हाँ बंदा तेरा, करी रहमतां दसाया। तौबा है तौबा मेरी, मैनू बख्श दे खुदाया, मैं दरी ते शाफी आया। बाप अते बेटे अते रूह पाक दे नाम उते आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਪਿਆਰੇ ਭੈਣ ਤੇ ਭਰਾਓ, ਅੱਜ ਅਸੀਂ ਪਾਕ ਮਾਸ ਦੀ ਕੁਰਬਾਨੀ ਦੇ ਮਹਾਨ ਭੇਦ ਉੱਤੇ ਧਿਆਨ ਲਾਈਏ। ਹਰ ਪਾਕ ਮਾਸ ਦੀ ਕੁਰਬਾਨੀ ਦੇ 4 ਉਦੇਸ਼ ਹੁੰਦੇ ਆ, 4 ਮਕਸਦ। ਪਹਿਲਾ ਹੈ ਖੁਦਾ ਦਾ ਧੰਨਵਾਦ ਕਰਨਾ, ਯਾਨੀ ਕਿ ਜਿੰਨੀਆਂ ਵੀ ਸਾਨੂੰ ਬਰਕਤਾਂ ਖੁਦਾ ਕੋਲੋਂ ਮਿਲੀਆਂ ਹਨ, ਉਹਨਾਂ ਸਭਨਾਂ ਦੇ ਲਈ ਪ੍ਰਭੂ ਦਾ ਦਿਲੋਂ ਧੰਨਵਾਦ ਕਰਨਾ, ਸ਼ੁਕਰਗੁਜ਼ਾਰੀ ਕਰਨਾ। ਦੂਜਾ ਹੈ ਪ੍ਰਭੂ ਦੇ ਨਾਮ ਦੀ ਉਸਤਤ, ਮਹਿਮਾ ਤੇ ਵਡਿਆਈ ਕਰਨਾ। ਹਰ ਅਲਤਾਰ ਦੇ ਚਾਰੇ ਪਾਸੇ ਖੁਦਾ ਦੇ ਪਾਕ ਫਰਿਸ਼ਤੇ ਮੌਜੂਦ ਹੁੰਦੇ ਹਨ। ਜਦੋਂ ਵੀ ਪਾਕ ਮਾਸ ਦੀ ਕੁਰਬਾਨੀ ਚੜਾਈ ਜਾਂਦੀ ਹੈ, ਅਸੀਂ ਇਹਨਾਂ ਫਰਿਸ਼ਤਿਆਂ ਦੇ ਨਾਲ ਮਿਲ ਕੇ ਇਹ ਵਿਸ਼ਵਾਸ ਕਰਦੇ ਹੋਏ ਕਿ ਉਹ ਖੁਦਾ ਦੀ ਵਡਿਆਈ ਕਰ ਰਿਹਾ, ਅਸੀਂ ਵੀ ਖੁਦਾ ਦੀ ਮਹਿਮਾ ਅਤੇ ਵਡਿਆਈ ਕਰੀਏ, ਆਰਾਧਨਾ ਕਰੀਏ। ਫਿਰ ਆਉਣ ਵਾਲੇ ਸਮੇਂ ਲਈ ਆਪਣੀਆਂ ਅਰਜ਼ਾਂ, ਮਿੰਨਤਾਂ, ਲੋੜਾਂ, ਜ਼ਰੂਰਤਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੌਂਪੀਏ। ਅਤੇ ਚੌਥਾ ਹੈ ਆਪਣੇ ਗੁਨਾਹਾਂ, ਗਲਤੀ ਦੀ ਮਾਫੀ ਮੰਗੀਏ। ਹਰ ਪਾਕ ਮਾਸ ਦੀ ਕੁਰਬਾਨੀ ਵਿੱਚ ਇਹਨਾਂ 4 ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਹਿੱਸਾ ਲੈਂਦੇ ਹਾਂ। ਜੇਕਰ ਅਸੀਂ ਅਯੂਬ ਨਬੀ ਦੀ ਪੁਸਤਕ ਵਿੱਚੋਂ 1 ਅਧਿਆਇ 5 ਐਤ ਪੜ੍ਹਦੇ ਹਾਂ, ਉੱਥੇ ਲਿਖਿਆ, ਅਯੂਬ ਹਰ ਰੋਜ਼ ਸਵੇਰੇ ਤੜਕੇ ਹੀ ਉੱਠ ਕੇ ਬਲੀਆਂ ਚੜਾਉਂਦਾ ਸੀ, ਕੁਰਬਾਨੀਆਂ ਚੜਾਉਂਦਾ ਸੀ, ਧੰਨਵਾਦ ਦੀਆਂ ਕੁਰਬਾਨੀਆਂ, ਪਾਪਾਂ ਦੀ ਮਾਫੀ ਲਈ ਕੁਰਬਾਨੀਆਂ। ਉਹਦੇ ਜੋ ਬੱਚੇ ਹਨ, ਉਹਦੇ ਬੇਟੀ ਬੇਟੀਆਂ ਹਨ, ਹੋ ਸਕਦਾ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਖੁਦਾ ਦੀ ਨਿੰਦਾ ਕੀਤੀ ਹੋਵੇ, ਅਤੇ ਉਹਨਾਂ ਕੁਰਬਾਨੀਆਂ ਚੜਾਉਣ ਦੇ ਨਾਲ ਉਹਨਾਂ ਦੇ ਪਾਪ ਗੁਨਾਹ ਮਾਫ ਹੋ ਜਾਣ। ਅਸੀਂ ਸਾਰੇ ਖੁਸ਼ ਨਸੀਬ ਹਾਂ। ਉਹ ਸਾਰੇ ਭੈਣ ਭਰਾ ਜਿਹੜੇ ਹਰ ਰੋਜ਼ ਗਿਰਜੇ ਨਹੀਂ ਜਾ ਸਕਦੇ, ਉਹਨਾਂ ਕੋਲ ਪ੍ਰਾਰਥਨਾ ਭਵਨ TV ਚੈਨਲ ਦੇ ਮਾਧਿਅਮ ਦੇ ਰਾਹੀਂ ਖੁਦਾ ਦਾ ਵਚਨ ਪਹੁੰਚਾਇਆ ਜਾਂਦਾ ਹੈ। ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਣ ਲਈ ਇੱਕ ਸੌਖਾ ਤਰੀਕਾ ਅਪਣਾਇਆ ਜਾਂਦਾ ਹੈ, ਤਾਂ ਜੋ ਅਸੀਂ ਵਚਨ ਸੁਣ ਸਕੀਏ, ਦੁਆਵਾਂ ਵਿੱਚ ਹਿੱਸਾ ਲੈ ਸਕੀਏ। ਹਰ ਦਿਨ ਜਦੋਂ ਆਪਣਾ ਅਸੀਂ ਨਵਾਂ ਦਿਨ ਸ਼ੁਰੂ ਕਰਦੇ ਹਾਂ, ਤੇ ਇਹਨਾਂ 4 ਉਦੇਸ਼ਾਂ ਦੇ ਨਾਲ ਪ੍ਰਾਰਥਨਾ ਕਰੀਏ ਅਤੇ ਪ੍ਰਭੂ ਦਾ ਧੰਨਵਾਦ ਕਰਦੇ ਹੋਏ ਉਸ ਦਿਨ ਨੂੰ ਉਸ ਦੇ ਨਾਂ ਉੱਤੇ ਸ਼ੁਰੂ ਕਰੀਏ। ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਣ ਦੇ ਨਾਲ ਸਭ ਤੋਂ ਪਹਿਲਾਂ ਆਪਣੀਆਂ ਗਲਤੀਆਂ, ਗੁਨਾਹਾਂ ਨੂੰ ਪ੍ਰਭੂ ਦੀ ਅਲਤਾਰ ਉੱਤੇ ਚੜਾਉਂਦੇ ਹੋਏ ਮਾਫੀ ਮੰਗੀਏ, ਤਾਂ ਯੋਗ ਢੰਗ ਨਾਲ ਇਹਨਾਂ ਮਹਾਨ ਅਤੇ ਪਵਿੱਤਰ ਭੇਦਾਂ ਨੂੰ ਮਨਾ ਸਕੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ
ਬਹੁਤ ਗੁਨਾਹ ਕੀਤੇ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਤੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ऐ प्रभु दया कर, ऐ प्रभु दया कर, ऐ मसीहा दया कर, ऐ मसीहा दया कर, ऐ प्रभु दया कर। ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ਹੈ ਖੁਦਾ, ਤੂੰ ਮੁਬਾਰਕ ਲੋਕਾਂ ਦਾ ਸੰਪੂਰਨ ਚਾਨਣ ਹੈ। ਤੇਰੀ ਹੀ ਕਿਰਪਾ ਨਾਲ ਅਸੀਂ ਧਰਤੀ ਉੱਤੇ ਪਾਸਕਾ ਭੇਦਾਂ ਨੂੰ ਮਨਾਉਂਦੇ ਹਾਂ। ਬਖਸ਼ ਦੇ ਕਿ ਅਸੀਂ ਤੇਰੇ ਫਜ਼ਲ ਦੀ ਭਰਪੂਰੀ ਵਿੱਚ ਸਦਾ ਲਈ ਖੁਸ਼ੀ ਮਨਾਉਣ ਦਾ ਵਰਦਾਨ ਹਾਸਲ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਪਾਠ ਪਹਿਲਾ। ਰਸੂਲਾਂ ਦੀ ਕਰਤੱਵ, ਉਸ ਦਾ 11 ਬਾਬ 1 ਤੋਂ 18 ਆਇਤ। ਹੁਣ ਰਸੂਲਾਂ ਨੇ ਅਤੇ ਯਹੂਦੀਆਂ ਦੇ ਵਿੱਚ ਰਹਿਣ ਵਾਲੇ ਭਰਾਵਾਂ ਨੇ ਇਹ ਸੁਣਿਆ ਕਿ ਗੈਰ ਯਹੂਦੀਆਂ ਨੇ ਵੀ ਖੁਦਾ ਦਾ ਵਚਨ ਸਵੀਕਾਰ ਕੀਤਾ ਹੈ। ਇਸ ਲਈ ਜਦੋਂ ਪਤਰਸ ਯਰੂਸ਼ਲਮ ਪਹੁੰਚਿਆ ਤਾਂ ਖਤਨਾ ਕੀਤੇ ਗਏ ਇਮਾਨਦਾਰਾਂ ਨੇ ਉਸ ਦੀ ਨੁਕਤਾਚੀਨੀ ਕਰਦੇ ਹੋਏ ਕਿਹਾ, ਤੁਸੀਂ ਖਤਨਾ ਨਾ ਕੀਤੇ ਗਏ ਲੋਕਾਂ ਦੇ ਘਰ ਵਿੱਚ ਕਿਉਂ ਗਏ ਅਤੇ ਉਹਨਾਂ ਦੇ ਨਾਲ ਭੋਜਨ ਕਿਉਂ ਕੀਤਾ? ਤਦ ਪਤਰਸ ਉਹਨਾਂ ਅੱਗੇ ਸਾਰੀਆਂ ਗੱਲਾਂ ਤਰਤੀਬਵਾਰ ਬਿਆਨ ਕਰਨ ਲੱਗਾ। ਮੈਂ ਯੋਪਾ ਨਗਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ ਅਤੇ ਮੇਰੀ ਤਾੜੀ ਲੱਗੀ ਹੋਈ ਸੀ, ਜਿਸ ਵਿੱਚ ਮੈਂ ਇਹ ਦਰਸ਼ਨ ਦੇਖਿਆ ਕਿ ਇੱਕ ਲੰਮੀ ਚੌੜੀ ਚਾਦਰ ਵਰਗੀ ਕੋਈ ਚੀਜ਼ ਚਾਰਾਂ ਨੁੱਕਰਾਂ ਤੋਂ ਲਮਕਾਈ ਹੋਈ ਸਵਰਗੋਂ ਉਤਰ ਰਹੀ ਹੈ ਅਤੇ ਉਹ ਮੇਰੇ ਕੋਲ ਰੱਖੀ ਜਾ ਰਹੀ ਹੈ। ਜਦੋਂ ਮੈਂ ਧਿਆਨ ਦੇ ਨਾਲ ਉਸ ਵਿੱਚ ਦੇਖਿਆ ਤਾਂ ਮੈਨੂੰ ਧਰਤੀ ਦੇ 4 ਪੈਰਾਂ ਵਾਲੇ ਜਾਨਵਰ, ਜੰਗਲੀ ਜਾਨਵਰ, ਢਿੱਡ ਦੇ ਪਾਰ ਰਿੰਗਣ ਵਾਲੇ ਕੀੜੇ ਮਕੌੜੇ ਅਤੇ ਆਕਾਸ਼ ਦੇ ਪੰਛੀ ਦਿਖਾਈ ਦਿੱਤੇ। ਫਿਰ ਮੈਨੂੰ ਇੱਕ ਆਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, ਪਤਰਸ ਉੱਠ ਕੱਟ ਅਤੇ ਖਾ। ਪਰ ਮੈਂ ਕਿਹਾ, ਬਿਲਕੁਲ ਨਹੀਂ ਪ੍ਰਭੂ, ਕਿਉਂਕਿ ਮੇਰੇ ਮੂੰਹ ਵਿੱਚ ਕੋਈ ਅਪਵਿੱਤਰ ਅਸ਼ੁੱਧ ਚੀਜ਼ ਕਦੇ ਨਹੀਂ ਗਈ। ਪਰ ਦੂਜੀ ਵਾਰ ਉਸ ਆਵਾਜ਼ ਨੇ ਸਵਰਗੀ ਉੱਤਰ ਦਿੱਤਾ, ਖੁਦਾ ਨੇ ਜਿਸ ਨੂੰ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ। 3 ਵਾਰ ਇਸੇ ਤਰ੍ਹਾਂ ਹੋਇਆ ਅਤੇ ਫਿਰ ਉਹ ਚੀਜ਼ ਆਕਾਸ਼ ਦੇ ਵੱਲ ਸਾਰੀ ਦੀ ਸਾਰੀ ਚੁੱਕ ਲਈ ਗਈ। ਉਸੇ ਵੇਲੇ ਕੇਸਰੀਆ ਤੋਂ ਮੇਰੇ ਵੱਲ ਕੱਲੇ ਗਏ 3 ਆਦਮੀ ਉਸ ਘਰ ਸਾਹਮਣੇ ਪਹੁੰਚ ਗਏ ਜਿੱਥੇ ਅਸੀਂ ਠਹਿਰਾਏ ਹੋਏ ਸਾਂ। ਰੂਹ ਨੇ ਮੈਨੂੰ ਆਗਿਆ ਦਿੱਤੀ ਉਹਨਾਂ ਅਤੇ ਸਾਡੇ ਵਿੱਚ ਕੋਈ ਭੇਦਭਾਵ ਦਿਖਾਏ ਬਿਨਾ ਮੈਂ ਉਹਨਾਂ ਦੇ ਨਾਲ ਜਾਵਾਂ। ਇਹ 6 ਭਰਾਵਾਂ ਨੇ ਵੀ ਮੇਰੇ ਨਾਲ ਚੱਲ ਪਏ ਅਤੇ ਉਸ ਆਦਮੀ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ। ਉਸਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਇੱਕ ਫਰਿਸ਼ਤੇ ਨੂੰ ਆਪਣੇ ਘਰ ਦੇ ਵਿੱਚ ਖੜਾ ਦੇਖਿਆ ਸੀ, ਜਿਸ ਨੇ ਉਸ ਨੂੰ ਇਹ ਕਿਹਾ, ਆਦਮੀਆਂ ਨੂੰ ਕੱਲ ਕੇ ਸ਼ਮਾਉਨ ਨੂੰ ਸੱਦੋ, ਜਿਸ ਨੂੰ ਪਤਰਸ ਆਖਿਆ ਜਾਂਦਾ ਹੈ। ਉਹ ਤੁਹਾਨੂੰ ਉਹ ਸੰਦੇਸ਼ ਸੁਣਾਵੇਗਾ ਜਿਸ ਦੇ ਵਸੀਲੇ ਤੁਸੀਂ ਇਹ ਤੁਹਾਡਾ ਸਾਰਾ ਪਰਿਵਾਰ ਮੁਕਤੀ ਪਾਓਗੇ। ਮੈਂ ਬੋਲਣਾ ਸ਼ੁਰੂ ਕੀਤਾ ਹੀ ਸੀ ਕਿ ਰੂਹ ਪਾਕ ਉਹਨਾਂ ਉੱਤੇ ਉਤਰ ਆਇਆ, ਜਿਸ ਤਰ੍ਹਾਂ ਉਹ
ਆਰੰਭ ਦੇ ਵਿੱਚ ਸਾਡੇ ਉੱਤੇ ਉਤਰ ਆਇਆ ਸੀ। ਉਸ ਸਮੇਂ ਮੈਨੂੰ ਪ੍ਰਭੂ ਦਾ ਵਚਨ ਯਾਦ ਆਏ ਕਿ ਉਸਨੇ ਇਹ ਕਿਹਾ ਸੀ ਯਹੋਨਾ ਨੇ ਤਾਂ ਪਾਣੀ ਦੇ ਨਾਲ ਬਪਤਿਸਮਾ ਦਿੱਤਾ, ਪਰ ਮੈਂ ਤੁਹਾਨੂੰ ਰੂਹ ਪਾਕ ਦੇ ਨਾਲ ਬਪਤਿਸਮਾ ਦਿੱਤਾ ਜਾਵੇਗਾ। ਫਿਰ ਜੇਕਰ ਖੁਦਾ ਨੇ ਉਹਨਾਂ ਨੂੰ ਵੀ ਉਹੀ ਵਰਦਾਨ ਦਿੱਤਾ ਹੈ ਜੋ ਉਸਨੇ ਸਾਨੂੰ ਦਿੱਤਾ ਸੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਈਮਾਨ ਲਿਆਂਦਾ ਸੀ, ਤਾਂ ਮੈਂ ਕੌਣ ਹੁੰਦਾ ਹਾਂ ਜੋ ਖੁਦਾ ਨੂੰ ਰੋਕ ਸਕਦਾ। ਇਹ ਗੱਲ ਸੁਣ ਕੇ ਉਹ ਚੁੱਪ ਹੋ ਗਏ। ਉਹਨਾਂ ਨੇ ਇਹ ਕਹਿੰਦੇ ਹੋਏ ਖੁਦਾ ਦੀ ਉਸਤਤ ਕੀਤੀ। ਖੁਦਾ ਨੇ ਗੈਰ ਯਹੂਦੀਆਂ ਨੂੰ ਵੀ ਪਛਤਾਵਾ ਕਰਨ ਦਾ ਵਰਦਾਨ ਦਿੱਤਾ ਹੈ ਜੋ ਜੀਵਨ ਦਿਵਾਉਂਦਾ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। आसरा मेरा है तू ही है खुदा, आसरा मेरा है तू ही है खुदा। मेरा मालिक है तू मेरी सुनेगा, मेरा मालिक है तू मेरी सुनेगा। आसरा मेरा है तू ही है खुदा, आसरा मेरा है तू ही है खुदा। खुश ना होवण मेरे वैरी मेरे ते, खुश ना होवण मेरे वैरी मेरे ते, खुश ना होवण मेरे वैरी मेरे ते, खुश ना होवण मेरे वैरी मेरे ते। ओ ना भुल्लणगे कि मैं डिग पिया, ओ ना भुल्लणगे कि मैं डिग पिया। मेरा मालिक है तो मेरी सुनेगा, मेरा मालिक है तो मेरी सुनेगा। आसरा मेरा है तो ही है खुदा, आसरा मेरा है तो ही है खुदा। सृष्टि के मालिक तुम ही हो, सारी सृष्टि के रक्षक तुम ही हो। करते हैं तुझको सादे प्रणाम, गाते हैं तेरा ही गुणगान। हालेलुया, 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 हालेलुया।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਵਨ ਪਵਿੱਤਰ ਅੰਜੀਲ ਦਾ ਸੰਤ ਯਹੰਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 10 ਅਧਿਆਇ 1 ਤੋਂ 10 ਆਇਤ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੋ ਕੋਈ ਬੂਹੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਦਾਖਲ ਨਹੀਂ ਹੁੰਦਾ, ਸਗੋਂ ਕਿਸੇ ਦੂਜੇ ਰਸਤੇ ਅੰਦਰ ਚੜ ਆਉਂਦਾ ਹੈ, ਉਹ ਆਦਮੀ ਚੋਰ ਅਤੇ ਲੁਟੇਰਾ ਹੈ। ਪਰ ਜੋ ਆਦਮੀ ਬੂਹੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ। ਉਸ ਦੇ ਲਈ ਦਰਬਾਨ ਬੂਹਾ ਖੋਲ ਦਿੰਦਾ ਹੈ। ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਲੈ ਕੇ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ। ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਹੈ ਤਾਂ ਉਹ ਉਹਨਾਂ ਦੇ ਅੱਗੇ ਅੱਗੇ ਚੱਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ ਪਿੱਛੇ ਚੱਲਦੀਆਂ ਹਨ, ਕਿਉਂਕਿ ਉਹ ਉਸ ਦੀ ਆਵਾਜ਼ ਪਹਿਚਾਣਦੀਆਂ ਹਨ। ਉਹ ਕਿਸੇ ਅਜਨਬੀ ਦੇ ਪਿੱਛੇ ਨਹੀਂ ਜਾਂਦੀਆਂ, ਸਗੋਂ ਉਹ ਉਸ ਤੋਂ ਭੱਜ ਜਾਂਦੀਆਂ ਹਨ, ਕਿਉਂਕਿ ਉਹ ਅਜਨਬੀਆਂ ਦੀ ਆਵਾਜ਼ ਨੂੰ ਪਛਾਣਦੀਆਂ ਨਹੀਂ ਹਨ। ਇਹ ਤਮਸੀਲ ਯਿਸੂ ਨੇ ਉਹਨਾਂ ਲਈ ਵਰਤੀ ਸੀ, ਪਰ ਉਹ ਨਾ ਸਮਝੇ ਕਿ ਉਹਨਾਂ ਨੂੰ ਉਹ ਕੀ ਕਹਿ ਰਿਹਾ ਹੈ। ਇਸ ਲਈ ਯਿਸੂ ਨੇ ਉਹਨਾਂ ਨੂੰ ਫਿਰ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਭੇਡਾਂ ਦਾ ਬੂਹਾ ਮੈਂ ਹਾਂ। ਸਭ ਜੋ ਮੇਰੇ ਤੋਂ ਪਹਿਲਾਂ ਆਏ ਉਹ ਚੋਰ ਅਤੇ ਲੁਟੇਰੇ ਸਨ, ਪਰੰਤੂ ਭੇਡਾਂ ਨੇ ਉਹਨਾਂ ਵੱਲ ਧਿਆਨ ਨਾ ਦਿੱਤਾ। ਬੂਹਾ ਮੈਂ ਹਾਂ। ਜੇਕਰ ਕੋਈ ਮੇਰੇ ਰਾਹੀਂ ਅੰਦਰ ਵੜਦਾ ਹੈ, ਉਹ ਮੁਕਤੀ ਪਾਵੇਗਾ ਅਤੇ ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਰਾਂਦਾ ਪਾਵੇਗਾ। ਜੋ ਸਿਰਫ ਚੋਰੀ ਕਰਨ ਲਈ, ਵੱਢਣ ਟੁੱਕਣ ਲਈ ਅਤੇ ਨਾਸ਼ ਕਰਨ ਲਈ ਆਉਂਦਾ ਹੈ। ਮੈਂ ਇਸ ਲਈ ਆਇਆ ਹਾਂ ਕਿ ਉਹਨਾਂ ਨੂੰ ਜੀਵਨ ਮਿਲੇ ਅਤੇ ਭਰਪੂਰੀ ਵਿੱਚ ਮਿਲੇ। ਪ੍ਰਭੂ ਦੇ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਪਿਆਰੇ ਭੈਣੋ ਤੇ ਭਰਾਓ, ਇਸ ਕਾਇਨਾਤ ਵਿੱਚ, ਇਸ ਦੁਨੀਆ ਵਿੱਚ ਜੋ ਕੁਝ ਵੀ ਸਿਰਜਿਆ ਗਿਆ ਹੈ, ਉਸ ਦਾ ਸਿਰਜਣਹਾਰ ਇੱਕ ਹੀ ਖੁਦਾ ਹੈ। ਉਸ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ, ਅੰਤਰ ਜਾਂ ਮਤਭੇਦ ਇਸ ਵਿਚਾਰ ਦੇ ਨਾਲ ਨਹੀਂ ਬਣਾਇਆ। ਖਾਸ ਤੌਰ ਤੇ ਮਨੁੱਖ ਜੋ ਹੈ, ਉਸ ਨੇ ਮਨੁੱਖਾਂ ਨੂੰ ਆਪਣੇ ਸਰੂਪ ਤੇ ਬਣਾਇਆ ਹੈ। ਸਾਡੇ ਵਿੱਚ ਉਸਨੇ ਕੋਈ ਵਿਤਕਰਾ ਨਹੀਂ ਰੱਖਿਆ। ਅਸੀਂ ਆਪਸ ਵਿੱਚ ਭੈਣ ਭਰਾ ਹਾਂ, ਕਿਉਂਕਿ ਅਸੀਂ ਸਾਰੇ ਖੁਦਾ ਦੀ ਸੰਤਾਨ ਹਾਂ। ਜਿੰਨੇ ਵੀ ਵਿਤਕਰੇ ਹਨ, ਉਹ ਮਨੁੱਖਾਂ ਨੇ ਹੀ ਆਪਣੇ ਵਿੱਚ ਪੈਦਾ ਕੀਤੀਆਂ ਹਨ। ਹੋ ਸਕਦਾ ਜਾਤ ਪਾਤ ਦੇ ਨਾਂ ਤੇ, ਜਾਂ ਭਾਸ਼ਾ ਦੇ ਨਾਂ ਤੇ, ਜਾਂ ਦੇਸ਼ਾਂ ਦੇ ਨਾਂ ਤੇ, ਇਹ ਸਾਰੇ ਵਿਤਕਰੇ, ਸਾਰੇ ਅੰਤਰ ਮਨੁੱਖਾਂ ਨੇ ਹੀ ਆਪਣੇ ਵਿੱਚ ਪੈਦਾ ਕੀਤੇ ਹਨ, ਖੁਦਾ ਨੇ ਨਹੀਂ। ਖੁਦਾ ਦੀ ਇੱਛਾ ਇਹ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ, ਇਕੱਠੇ ਰਹੀਏ। ਅਸੀਂ ਸਾਰੇ ਆਪਣੇ ਆਪ ਨੂੰ ਖੁਦਾ ਦੀ ਸੰਤਾਨ ਮੰਨੀਏ। ਤੇ ਜਦੋਂ ਇਸ ਤਰ੍ਹਾਂ ਹੋਵੇਗਾ ਤੇ ਸਾਡੇ ਵਿੱਚ ਕੋਈ ਵਿਤਕਰਾ, ਮਤਭੇਦ, ਅੰਤਰ ਨਹੀਂ ਹੋਵੇਗਾ। ਅਸੀਂ ਇੱਕ ਦੂਸਰੇ ਦਾ ਖਿਆਲ ਰੱਖਾਂਗੇ ਅਤੇ ਕੋਈ ਵੀ ਕਿਸੇ ਦੀ ਹਾਨੀ ਜਾਂ ਨੁਕਸਾਨ ਨਹੀਂ ਕਰੇਗਾ। ਪਹਿਲੇ ਪਾਠ ਵਿੱਚ ਆਪਾਂ ਸੁਣਿਆ ਕਿ ਸੰਤ ਪਤਰਸ ਗੈਰ ਯਹੂਦੀਆਂ ਦੇ ਕੋਲ ਜਾਂਦਾ ਹੈ। ਖੁਦਾ ਦੀ ਇੱਛਾ ਇਹ ਹੈ ਕਿ ਸਾਰੇ ਇੱਕ ਹੋਣ। ਇਸ ਕਰਕੇ ਪ੍ਰਭੂ ਉਹਨਾਂ ਨੂੰ ਵੀ ਪਵਿੱਤਰ ਆਤਮਾ ਦਾ ਵਰਦਾਨ ਬਖਸ਼ਦਾ ਹੈ ਜੋ ਯਹੂਦੀ ਨਹੀਂ ਹਨ। ਸਿਰਫ ਇੱਕ ਹੀ ਸ਼ਰਤ ਹੈ, ਇੱਕ ਹੀ ਸ਼ਰਤ ਹੈ ਕਿ ਅਸੀਂ ਇੱਕ ਇੱਜੜ ਦੇ ਮੈਂਬਰ ਬਣੀਏ ਜਾਂ ਇੱਕ ਸੰਗਤ ਦੇ ਮੈਂਬਰ ਬਣੀਏ। ਉਹ ਹੈ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ। ਵਚਨ ਸਾਨੂੰ ਕਹਿੰਦਾ ਹੈ ਅਫਸੀਆਂ ਦੀ ਕਲੀਸਿਆ ਪੱਤਰ ਵਿੱਚੋਂ 4 ਅਧਿਆਇ 5 ਅਤੇ 6 ਐਤ। ਇੱਕ ਹੀ ਬਪਤਿਸਮਾ ਹੈ, ਇੱਕ ਹੀ ਪ੍ਰਭੂ ਹੈ, ਇੱਕ ਹੀ ਆਤਮਾ ਹੈ, ਇੱਕ ਹੀ ਖੁਦਾ ਹੈ।
ਇੱਕ ਹੀ ਪ੍ਰਭੂ ਹੈ, ਸਾਡਾ ਚੰਗਾ ਚਰਵਾਹਾ ਪ੍ਰਭੂ ਯਿਸੂ, ਜਿਸ ਨੇ ਸਾਨੂੰ ਆਪਣਾ ਲਹੂ ਵਹਾ ਕੇ ਮੁਕਤੀ ਦਿਵਾਈ ਹੈ ਅਤੇ ਉਹ ਹਮੇਸ਼ਾ ਸਾਨੂੰ ਇੱਕ ਇੱਜੜ ਦੇ ਵਿੱਚ ਬੰਨ੍ਹ ਕੇ ਰੱਖਣਾ ਚਾਹੁੰਦਾ ਹੈ, ਯਾਨੀ ਕਿ ਏਕਤਾ ਵਿੱਚ ਰੱਖਣਾ ਚਾਹੁੰਦਾ ਹੈ। ਤੇ ਪਵਿੱਤਰ ਆਤਮਾ ਸਾਨੂੰ ਪ੍ਰਭੂ ਦੀਆਂ ਕਹੀ ਗਈਆਂ ਗੱਲਾਂ ਜੋ ਹਨ ਉਹਨਾਂ ਦੀ ਸਮਝ ਪ੍ਰਦਾਨ ਕਰਦਾ ਹੈ। ਅਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣ ਸਕੀਏ ਅਤੇ ਉਸ ਦੀ ਆਵਾਜ਼ ਸੁਣ ਕੇ ਉਹਦੇ ਪਿੱਛੇ ਪਿੱਛੇ ਚੱਲ ਸਕੀਏ। ਜਿੱਥੇ ਜਿੱਥੇ ਉਹ ਜਾਵੇਗਾ ਸਾਨੂੰ ਇਹ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਸਾਨੂੰ ਨਵੀਆਂ ਚਰਾਗਾਹਾਂ ਅਤੇ ਚੰਗੇ ਥਾਂ 'ਤੇ ਹੀ ਲੈ ਕੇ ਜਾਵੇਗਾ, ਜਿੱਥੇ ਕਿਸੇ ਚੀਜ਼ ਦੀ ਕੋਈ ਥੋੜ ਨਹੀਂ ਹੋਵੇਗੀ। ਪ੍ਰਭੂ ਦੀ ਇਹ ਇੱਛਾ ਹੈ ਸਾਡੇ ਸਾਰਿਆਂ ਦੇ ਲਈ। ਸੋ ਪਿਆਰਿਓ, ਅੱਜ ਅਸੀਂ ਇਸ ਗੱਲ 'ਤੇ ਧਿਆਨ ਦਈਏ ਕਿ ਜਦੋਂ ਵੀ ਅਸੀਂ ਖੁਦਾ ਦੇ ਵਚਨ ਨੂੰ ਸੁਣਦੇ ਹਾਂ, ਇਹ ਸਾਡੇ ਪ੍ਰਭੂ ਦੀ ਆਵਾਜ਼ ਹੈ। ਅਤੇ ਜੇਕਰ ਅਸੀਂ ਜੋ ਉਸ ਦੀਆਂ ਭੇਡਾਂ ਹਨ, ਅਸੀਂ ਉਸ ਦੀ ਆਵਾਜ਼ ਨੂੰ ਪਹਿਚਾਣਦੀਆਂ ਹਾਂ, ਤਾਂ ਫਿਰ ਅਸੀਂ ਇੱਕ ਹੀ ਇੱਜੜ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਾਂਗੇ, ਇੱਕ ਹੀ ਇੱਜੜ ਵਿੱਚ ਰਹਾਂਗੇ ਅਤੇ ਅਸੀਂ ਪ੍ਰਭੂ ਦੀ ਪੈਰਵੀ ਕਰਾਂਗੇ। ਜਿੱਥੇ ਜਿੱਥੇ ਉਹ ਜਾਵੇਗਾ ਉਹਦੇ ਪਿੱਛੇ ਪਿੱਛੇ ਆਪਾਂ ਜਾਵਾਂਗੇ। ਇਸ ਤਰ੍ਹਾਂ ਅਸੀਂ ਇਹ ਸਿੱਧ ਕਰਾਂਗੇ ਕਿ ਇੱਕ ਸਰੀਰ ਹੈ, ਇੱਕ ਆਤਮਾ ਹੈ, ਇੱਕ ਪ੍ਰਭੂ ਹੈ, ਇੱਕ ਬਪਤਿਸਮਾ ਹੈ, ਇੱਕ ਹੀ ਖੁਦਾ ਹੈ, ਤਾਂ ਸਾਰਿਆਂ ਦਾ ਮਾਲਿਕ ਹੈ, ਸਾਰਿਆਂ ਦੇ ਵਿੱਚ ਵਾਸ ਕਰਦਾ ਹੈ, ਸਾਰਿਆਂ ਦੇ ਵਿੱਚ ਰਹਿੰਦਾ ਹੈ। ਇਸ ਗੱਲ ਨੂੰ ਆਪਾਂ ਸਿੱਧ ਕਰਾਂਗੇ। ਆਓ ਅਸੀਂ ਇਸ ਫਜ਼ਲ ਲਈ ਖੁਦਾ ਦੇ ਅੱਗੇ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਹਾਂ ਇਸ ਦਿਨ ਦੇ ਲਈ ਜੋ ਸਾਡੇ ਜੀਵਨ ਵਿੱਚ ਜੋੜਿਆ ਹੈ। ਪਿਤਾ ਪਰਮੇਸ਼ਵਰ, ਹਰ ਦਿਨ ਜੋ ਅਸੀਂ ਵਚਨ ਸੁਣਦੇ ਹਾਂ ਉਸ ਨੂੰ ਸਮਝਣ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦੇ ਲਈ ਸਾਨੂੰ ਆਪਣਾ ਫਜ਼ਲ ਪ੍ਰਦਾਨ ਕਰੋ। ਅਸੀਂ ਕਲੀਸਿਆ ਦੇ ਵਿੱਚ ਸੱਚੇ ਈਮਾਨ ਦੇ ਨਾਲ ਰਹਿ ਸਕੀਏ ਅਤੇ ਇਸ ਦੀ ਏਕਤਾ ਨੂੰ ਹਮੇਸ਼ਾ ਕਾਇਮ ਰੱਖੀਏ। ਹੈ ਪ੍ਰਭੂ, ਅਸੀਂ ਉਹਨਾਂ ਭੈਣਾਂ ਭਰਾਵਾਂ ਲਈ ਵੀ ਪ੍ਰਾਰਥਨਾ ਕਰਦੇ ਹਾਂ ਜੋ ਸੱਚੀ ਕਲੀਸਿਆ ਵਿੱਚੋਂ ਵੱਖ ਹੋਏ ਹਨ। ਹੈ ਪ੍ਰਭੂ, ਉਹਨਾਂ ਨੂੰ ਵੀ ਇਸ ਇੱਜੜ ਵਿੱਚ, ਇਸ ਸੰਗਤ ਵਿੱਚ ਸ਼ਾਮਲ ਕਰਨ ਦੀ ਕਿਰਪਾ ਕਰ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਇਸ ਮਸੀਹ ਦੇ ਰਾਹੀਂ, ਆਮੀਨ। में दीवा बलिदान पले आया जदों याद करा, तारीफ दा में दीवा बलिदान पले आया जदों याद करा। गुजरे दिना विच मेरे नाल बियाबान दे विच लई मेरी साथ। रेहा गुजरे दिना विच मेरे नाल बियाबान दे विच लई मेरी साथ। मैं सा होया बेवफा, ना होया बेवफा, मैं सा होया बेवफा, ना होया बेवफा, मेरे राह विच रेहा निगाहबान पले आया जदों याद करा। तारीफ दा मैं दीवा बलिदान पले आया जदों याद करा। तारीफ दा मैं दीवा बलिदान पले आया जदों याद करा, पले आया जदों याद करा, पले आया जदों याद करा। ਪ੍ਰਭੂ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੇ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਆਪਣੀ ਅਤੀ ਪ੍ਰਸੰਨ ਕਲੀਸਿਆ ਦੇ ਚੜਾਵਿਆਂ ਨੂੰ ਪ੍ਰਵਾਨ ਕਰ, ਜਿਵੇਂ ਕਿ ਤੂੰ ਸਾਨੂੰ ਇੰਨੀ ਵੱਡੀ ਖੁਸ਼ੀ ਦੀ ਵਜ੍ਹਾ ਦਿੰਦਾ ਹੈ। ਬਖਸ਼ ਦੇ ਕਿ ਸਾਡੇ ਨਜ਼ਰਾਨੇ ਸਦੀਵੀ ਆਨੰਦ ਦਾ ਫਲ ਪੈਦਾ ਕਰ ਸਕਣ
ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੀ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ, ਜਦੋਂ ਮਸੀਹ ਸਾਡੇ ਲਈ ਪਾਸਕਾ ਲੀਲਾ ਕੁਰਬਾਨ ਹੋਇਆ। ਉਹ ਸੱਚਾ ਲੀਲਾ ਹੈ ਜਿਸ ਨੇ ਦੁਨੀਆ ਦੇ ਪਾਪਾਂ ਨੂੰ ਚੁੱਕ ਲਿਆ ਹੈ। ਆਪਣੀ ਮੌਤ ਨਾਲ ਉਸਨੇ ਸਾਡੀ ਮੌਤ ਨੂੰ ਨਾਸ਼ ਕਰ ਦਿੱਤਾ ਅਤੇ ਫਿਰ ਜੀ ਉੱਠਣ ਨਾਲ ਸਾਡੇ ਜੀਵਨ ਨੂੰ ਮੁੜ ਬਹਾਲ ਕੀਤਾ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਲਸ਼ਕਰਾਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਐ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਤੇਰੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਮਨਾਉਂਦੇ ਹੋਏ ਤੈਨੂੰ ਇਹ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ ਤੇ ਇਗਨੇਲੋ, ਸਾਰੇ ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣਾਂ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ।
ਹੈ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਸਨ ਯੂਸਫ ਦੇ ਨਾਲ, ਧੰਨ ਰਸੂਲਾਂ, ਸੰਤ ਪਤਰਸ ਤੇ ਸਾਰੇ ਸੰਤਾਂ ਨਾਲ, ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਜੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸਦੇ ਰਾਹੀਂ ਤੇ ਉਸਦੇ ਨਾਲ ਤੇ ਉਸਦੇ ਵਿੱਚ ਹੈ ਖੁਦਾ, ਪੂਰੀ ਕੁਦਰਤ ਵਾਲੇ ਬਾਪ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਉਹਨਾਂ ਸ਼ਬਦਾਂ ਵਿੱਚ ਉਸੇ ਹੀ ਪ੍ਰਾਰਥਨਾ ਦੁਹਰਾਈਏ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ, ਜ਼ਮੀਨ ਉਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਲਿਆਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾਓ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਰ ਦੇਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत ते जलाल युग युग तेरा ही है। ऐ प्रभु यीशु मसीह, आप तो अपने रसूलां ਨੂੰ ਆਖਿਆ, ਮੈਂ ਤਾਂ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੇਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। यीशु मेरा सहारा बन जाओ, आओ यीशु मेरा सहारा बन जाओ। डोले मेरी कश्ती, डोले मेरी कश्ती किनारा बन जाओ। आओ यीशु मेरा सहारा बन जाओ, आओ यीशु मेरा सहारा बन जाओ। तेरे घर बसा मैं दुआए हो मंगिए, तेरे घर बसा मैं दुआए हो मंगिए। जिंदगी तो वध के दया तेरी चंगी है, जिंदगी तो वध के दया तेरी चंगी
जान तो भी वध के, जान तो भी वध के प्यारा बन जाओ। आओ यीशु मेरा सहारा बन जाओ, आओ यीशु मेरा सहारा बन जाओ। डोले मेरी कश्ती, डोले मेरी कश्ती किनारा बन जाओ। आओ यीशु मेरा सहारा बन जाओ, आओ यीशु मेरा सहारा बन जाओ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਆਪਣੇ ਲੋਕਾਂ ਵੱਲ ਦਇਆ ਦੀ ਨਜ਼ਰ ਕਰ, ਬਖਸ਼ ਦੇ ਕਿ ਜਿਨ੍ਹਾਂ ਨੂੰ ਤੂੰ ਉਸ ਦੇਵੀ ਪੈਦਾ ਰਾਹੀਂ ਨਵਾਂ ਕਰਨ ਲਈ ਮਿਹਰਬਾਨ ਹੋਇਆ ਹੈ, ਉਹ ਆਪਣੇ ਬਦਨ ਵਿੱਚ ਜੀ ਉਠਣ ਦੀ ਮਹਿਮਾ ਪਾ ਸਕਣ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸਰਵ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਸ਼ਾਂਤੀ ਵਿੱਚ ਜਾਵੋ। ਹਾਲੇਲੂਇਆ, ਹਾਲੇਲੂਇਆ। खुदा दा शुक्र होवे। हालेलुया, हालेलुया। दुआ याद कर, याद कर ए निहायत मेहरबान कुआरी मरियम, भई कदी नहीं सुनिया गया कि कोई भी तेरी पनाह लभदियां, तेरी मदद चाहदियां, तेरी सिफारिश मंगदियां ते तो खाली गया होवे। ऐ कुआरी कुआरियां दी अते मेरी मां, मैं इस तसल्ली नाल मैं तेरे कोल नसी आउंदा हां अते तेरे कोल रोके मैं गुनाही रोंदा हां। ऐ दीदारे होए कलाम दी मां, मेरी अर्ज़ां नूं हकीम ना जान, सगों मेहरबानी नाल सुन अते कबूल कर। आमीन। मां मरियम शांति दी रानी, साडे लई दुआ कर। तुरी गया यीशु कब्रां चों उठ के, जी पियाओ सच मुझे मौत जीत के। तुरे गया यीशु कब्रां चों उठ के, जी पियाओ सच मुझे मौत जीत के। मौत दा प्याला भी जरूर पीवांगा, आखी असी उस तीजे दिन जीवांगा। मौत दा प्याला भी जरूर पीवांगा, आखी असी उस तीजे दिन जीवांगा। आखी अजो कर दिता जाइए सदके, जी पियाओ सच मुझ मौत जीत के। आखे जो कर दिता जाइए सदके, जी पियाओ सच मुझ मौत जीत के। तुर गया यीशु कब्रां चों उठ के, जी पियाओ सच मुझ मौत जीत के। तुर गया यीशु कब्रां चों उठ के, जी पियाओ सच मुझ मौत जीत के।